ਹਾਲੇਲੂਇਆ। ਇਹ ਲਾਸਟ ਹਫਤਾ ਤੁਸੀਂ ਸਾਰੇ ਜਾਣਦੇ ਹੋ ਕਿੱਦਾਂ ਹਾਲਾਤਾਂ ਨਾਲ ਭਰਿਆ ਹੋਇਆ ਰਿਹਾ, ਪਰ ਇਹਦੇ ਦੌਰਾਨ ਮੈਂ ਬਹੁਤ ਕੁਝ ਸਿੱਖਿਆ, ਤਜਰਬਾ ਲਿਆ। ਹਾਲੇਲੂਇਆ। ਤੁਸੀਂ ਸਾਰੇ ਜਾਣਦੇ ਹੋ ਕਿ ਮੈਨੂੰ 2016 ਤੋਂ ਮੈਂ ਪ੍ਰਚਾਰ ਕਰਨ ਲੱਗਾ ਹਾਂ। ਉਸ ਤੋਂ ਪਹਿਲੋਂ ਇਸ ਚਰਚ 'ਚ 15 ਸਾਲ ਤੋਂ ਵੱਧ ਜਾਂ ਲਗਭਗ 20 ਸਾਲ ਡੈਡੀ ਨੇ ਸੇਵਕਾਈ ਕੀਤੀ ਸੀਗੀ। ਸਾਡੇ ਵਿੱਚੋਂ ਬਹੁਤ ਸਾਰੇ ਇੱਥੇ ਹਨ ਜਿਹੜੇ ਉਹਨਾਂ ਦੀ ਸੇਵਕਾਈ ਦੇ ਦੁਆਰਾ ਖੜੇ ਹੋਏ ਜਾਂ ਆਏ, ਕਿ ਮੈਂ ਹੱਥ ਦੇਖ ਸਕਦਾ ਜਿਹੜੇ ਉਹਨਾਂ ਦੇ ਸੇਵਕਾਈ ਦੇ ਦੌਰਾਨ ਆਏ ਸੀਗੇ। ਪ੍ਰਭੂ ਤੁਹਾਨੂੰ ਬਰਕਤ ਦੇਵੇ ਸਭ ਨੂੰ। ਔਰ ਤੁਸੀਂ ਸਭ ਜਾਣਦੇ ਹੀ ਹੋ ਕਿਵੇਂ ਪ੍ਰਭੂ ਨੇ ਉਹਨਾਂ ਨੂੰ ਸੰਭਾਲਿਆ, ਇਹ ਸਭ ਚੱਲਣ ਦਿੱਤਾ। ਪਿਛਲੀ ਵਾਰ ਜਦੋਂ ਪਹਿਲਾ ਅਟੈਕ ਹੋਇਆ ਸੀਗਾ, ਉਦੋਂ ਹੀ ਹੌਸਪੀਟਲ 'ਚ ਉਹਨਾਂ ਦੇ ਨਾਲ ਦੇ ਸੇਮ ਅਟੈਕ ਦੇ ਕਈ ਬੰਦੇ ਡੈਥ ਹੋ ਗਈ ਸੀ ਹੌਸਪੀਟਲ 'ਚ। ਇਹ 2016 ਦੀ ਗੱਲ ਹੈ, ਜਨਵਰੀ ਮਹੀਨੇ ਦੀ। ਪਰ ਅਸੀਂ ਦੇਖਦੇ ਹਾਂ ਕਿ ਜਦੋਂ ਪ੍ਰਭੂ ਨੇ ਜੀਵਨ ਦੇਣਾ ਆ, ਉਹਨੇ ਦੇ ਦਿੱਤਾ। ਤੇ ਜਦੋਂ ਦਾ ਸਮਾਂ ਆ ਗਿਆ ਤਾਂ ਫਿਰ ਅਸੀਂ ਕੁਛ ਵੀ ਕਰੀਏ, ਫਿਰ ਸਾਨੂੰ ਸਦਾ ਹੀ ਪ੍ਰਭੂ ਦੀ ਮਰਜ਼ੀ ਵੱਲ ਤੱਕਣਾ ਚਾਹੀਦਾ ਹੈ। ਆਮੀਨ। ਹੁਣ ਵੀ ਸਭ ਕੁਝ ਠੀਕ ਠਾਕ ਸੀਗਾ। ਪਿਛਲੇ ਹਫਤੇ ਅਚਾਨਕ ਕਿ ਬਸ ਖਾਣਾ ਖਾਂਦੇ ਹੀ ਅਟੈਕ ਹੋਇਆ, ਤੇ ਬਸ ਉਸ ਹਫਤੇ ਦੇ ਦੌਰਾਨ ਹੀ ਸਭ ਕੁਛ ਡਾਕਟਰਾਂ ਵੱਲੋਂ ਜਵਾਬ ਹੋਣਾ, ਚੇਂਜ ਕਰਨਾ, ਲੁਧਿਆਣੇ ਜਾਣਾ, ਸਭ ਚੀਜ਼ਾਂ। ਉੱਥੇ ਮੈਂ ਦੇਖਿਆ ਕਿ ਬਹੁਤ ਵੱਡਾ ਸਪੈਸ਼ਲਿਸਟ ਹੌਸਪੀਟਲ, ਔਰ ਕਈ ਸਾਡੇ ਵਰਗੇ ਉੱਥੇ ਬੈਠੇ ਵਿਚਾਰੇ। ਉੱਥੇ ਕੋਈ ਵੀ ਖੁਸ਼ ਨਹੀਂ ਜਾਂਦਾ ਹੁੰਦਾ ਹੌਸਪੀਟਲ 'ਚ, ਸਾਰੇ ਦੁਖੀ, ਔਰ ਸਾਡੇ ਨਾਲੋਂ ਵੱਧ ਕਈ ਜ਼ਿਆਦਾ ਦੁਖੀ ਵਾਲੇ ਉੱਥੇ। ਜਦੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਭੈਣੋ ਭਰਾਵੋ, ਤੇ ਫਿਰ ਪਤਾ ਚੱਲਦਾ ਹੈ ਕਿ ਜ਼ਿੰਦਗੀ ਜਿਹੜੀ ਹੈ ਬੜੀ ਅਧੀਨਤਾ ਦੇ ਨਾਲ ਪਰਮੇਸ਼ਰ ਦੀ ਕਿਰਪਾ ਥੱਲੇ ਗੁਜ਼ਾਰਨੀ ਚਾਹੀਦੀ ਹੈ। ਆਪਣੇ ਜਾਣ ਤੇ ਸਾਵਾਂ ਤੇ ਕਦੇ ਵੀ ਘਮੰਡ ਨਹੀਂ ਕਰਨਾ ਚਾਹੀਦਾ। ਕਦੇ ਵੀ ਇਹ ਨਾ ਸੋਚ ਕੇ ਚੱਲੋ ਕਿ ਮੈਂ ਪਤਾ ਨਹੀਂ ਕੀ ਹਾਂ ਔਰ ਕਿੱਥੇ ਕੁ ਤੱਕ ਮੈਂ ਜਾਣਾ ਹੈ। ਹਰ ਦਿਨ ਲਈ ਉਹਦਾ ਧੰਨਵਾਦ ਕਰੋ। ਤੁਹਾਡੀ ਨਸਾਂ ਪਰਮੇਸ਼ਰ ਨੇ ਜੋ ਬਣਾਈਆਂ, ਤੁਹਾਡੇ ਅੰਦਰ ਰਚਿਆ, ਇੰਨੀ ਮਹਾਨ ਕਾਰਾਗਿਰੀ ਹੈ। ਅਗਰ ਇੱਕ ਵੀ ਆਪਣੇ ਕੰਮ ਤੋਂ ਹਟ ਜਾਏ, ਅੱਗੇ ਪਿੱਛੇ ਹੋ ਜਾਏ ਜਾਂ ਬਲੋਕ ਹੋ ਜਾਏ, ਕੁਛ ਵੀ ਹੋ ਜਾਏ, ਤੇ ਕੁਛ ਵੀ ਨਹੀਂ। ਇੱਕ ਬਰੀਕ ਜੀ ਨਸ ਵੀ, ਸੁਣ ਰਹੇ ਤੁਸੀਂ? ਔਰ ਬੋਡੀ ਤੁਹਾਡੀ ਸਭ ਠੀਕ ਠਾਕ ਆ, ਪਰ ਅਗਰ ਬ੍ਰੇਨ 'ਚ ਤੁਹਾਡੀ ਕਲੋਟ ਹੋ ਗਿਆ ਜਾਂ ਨਸ ਜੰਮ ਗਈ, ਉਹ ਸਾਰਾ ਦੇਹ ਭਾਵੇਂ ਠੀਕ ਲੱਗਦੀ ਆ ਦੇਖਣ ਨੂੰ, ਪਰ ਉਹ ਕੁਛ ਵੀ ਨਹੀਂ ਹੈ। ਮੈਂ ਸਭ ਗੱਲਾਂ ਦੇਖੀਆਂ, ਸੋਚਿਆ ਕਿ ਵਾਕਿਆ ਹੀ ਜਿੱਦਾਂ ਬਾਈਬਲ ਬਿਆਨ ਕਰਦੀ ਹੈ ਕਿ ਮਸੀਹ ਕਲੀਸਿਆ ਦਾ ਸਿਰ ਹੈ। ਅਗਰ ਤੁਹਾਡੀ ਹੈਡਸ਼ਿਪ ਠੀਕ ਨਹੀਂ ਤਾਂ ਦੇਹ ਜਿੰਨੀ ਮਰਜ਼ੀ ਦੇਖਣ ਨੂੰ ਵਧੀਆ ਲੱਗੇ, ਗੜਬੜ 'ਚ ਹੀ ਹੈ। ਔਰ ਜਦੋਂ ਤੁਹਾਡੀ ਹੈਡਸ਼ਿਪ ਯਿਸੂ ਮਸੀਹ ਆ, ਫਿਰ ਸਭ ਕੁਝ ਠੀਕ ਠਾਕ ਚੱਲੇਗਾ। ਕਿਨੇ ਆਮੀਨ ਕਹਿ ਸਕਦੇ ਹਾਂ। ਔਰ ਮਨੁੱਖੀ ਸਰੀਰ, ਮਨੁੱਖੀ ਹਾਲਾਤ, ਰਿਸ਼ਤੇਦਾਰੀ, ਇਹ ਸਭ ਚੀਜ਼ਾਂ ਦੇ ਹੋਣ ਦੇ ਨਾਤੇ ਅਸੀਂ ਬੜੇ ਜਜ਼ਬਾਤਾਂ ਔਰ ਖੂਨ ਦੇ ਨਾਲ ਜੁੜੇ ਹੋਣ ਦੇ ਕਰਕੇ ਬਹੁਤ ਗਹਿਰਾ ਦੁੱਖ ਹੈ। ਲੇਕਿਨ ਦੁੱਖ ਤੇ ਹੈ, ਪਰ ਅਫਸੋਸ ਇੱਦਾਂ ਦਾ ਨਹੀਂ ਜਿੱਦਾਂ ਦਾ ਲੋਕ ਕਰਦੇ ਆ। ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਆ। ਮੈਨੂੰ ਮੇਰੇ ਪਰਿਵਾਰ ਦਾ ਜਾਂ ਕਲੀਸਿਆ ਦਾ ਨਹੀਂ ਪਤਾ, ਪਰ ਮੈਂ ਜਦੋਂ ਵੀ ਕਦੇ ਇੱਦਾਂ ਦੇ ਹਾਲਾਤ ਆਏ, ਮੈਂ ਇਹੀ ਪ੍ਰਾਰਥਨਾ ਜ਼ਰੂਰ ਕਰਦਾ ਹੁੰਦਾ ਕਿ ਪ੍ਰਭੂ ਤੂੰ ਠੀਕ ਕਰ ਦੇ, ਠੀਕ ਕਰ ਦੇ। ਪਰ ਨਾਲ ਹੀ ਕਿਤੇ ਨਾ ਕਿਤੇ ਜ਼ਰੂਰ ਮੈਂ ਇਹ ਵੀ ਕਹਿੰਦਾ ਹੁੰਦਾ ਆ ਕਿ ਤੇਰੀ ਮਰਜ਼ੀ ਪੂਰੀ ਹੋਵੇ, ਕਿਉਂਕਿ ਸਾਨੂੰ ਵਚਨ ਇਹ ਸਿਖਾਉਂਦਾ ਕਿ ਕਦੇ ਪਰਮੇਸ਼ਰ ਅੱਗੇ ਹੱਠ ਨਹੀਂ ਕਰਨਾ, ਜਿੱਦ ਨਹੀਂ ਕਰਨੀ ਕੋਈ। ਚਾਹਣਾ ਮੰਗਣਾ ਚੰਗਿਆਈ ਸਾਡਾ ਹੱਕ ਬਣਦਾ ਆ, ਔਰ ਸਾਡੇ ਨਾਲ ਵਾਅਦਾ ਵੀ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਪਰਮੇਸ਼ਰ ਦੀ ਮਰਜ਼ੀ ਦੀ ਉਮੀਦ 'ਚ ਵੀ ਰਹਿਣਾ ਚਾਹੀਦਾ ਆ, ਐਕਸੈਪਟ ਕਰਨਾ ਚਾਹੀਦਾ ਹੈ। ਮਤਲਬ ਤੁਸੀਂ ਸੁਣ ਰਹੇ ਹੋ? ਮੈਂ ਜਾਣਦਾ ਸੀਗਾ ਕਿ ਸਭ ਚੀਜ਼ਾਂ ਤੋਂ ਸਰਵ ਸ੍ਰੇਸ਼ਟ ਹੀ ਹੋਇਆ ਪਰਮੇਸ਼ਰ ਦੀ ਮਰਜ਼ੀ ਹੈ। ਮੈਂ ਉੱਥੇ ਦੇਖਿਆ ਕਿ ਸਾਨੂੰ ਸਾਰਾ ਹੀ ਪਤਾ ਆ ਕਿ ਜ਼ਿੰਦਗੀ ਪਰਮੇਸ਼ਰ ਦੇ ਹੱਥਾਂ 'ਚ ਆ। ਉਹਦੀ ਮਰਜ਼ੀ ਤੋਂ ਬਿਨਾਂ ਬੰਦਾ ਸਾਹ ਵੀ ਨਹੀਂ ਲੈ ਸਕਦਾ ਇੱਕ ਵੀ। ਪਰ ਫਿਰ ਵੀ ਇਹੀ ਹਾਲਾਤਾਂ ਨਾਲ ਬੱਝੇ ਹੋਏ ਹੁੰਦੇ ਆ, ਸਾਨੂੰ ਡਾਕਟਰਾਂ ਦੇ ਮੂੰਹ ਵੱਲ ਦੇਖਣਾ ਪੈਂਦਾ। ਇੱਕ ਆਮ ਜਿਹਾ ਬੰਦਾ OT ਬॉय ਹੁੰਦਾ ਆ,
ਜਿਹੜਾ ਅੰਦਰ ਕੇਅਰ ਕਰਦਾ ਉਹ ਵੀ ਬਾਹਰ ਆਉਂਦਾ ਹੀ ਉਹਨੂੰ ਪੁੱਛਦੇ ਆ ਠੀਕ ਹੈ, ਕੀ ਹਾਲ ਹੈ, ਕਿੱਦਾਂ। ਉਹ ਜਰਾ ਜਿਹਾ ਵੀ ਕਹਿ ਦੇ ਵੀ ਠੀਕ ਕਹਿ ਦੇ, ਦਿਲ ਖੁਸ਼ ਹੋ ਜਾਂਦਾ ਹੈ। ਉਹ ਜਰਾ ਜਿਹਾ ਵੀ ਕਹਿ ਦੇ ਕਿ ਨਹੀਂ ਠੀਕ, ਦਿਲ ਟੁੱਟ ਜਾਂਦਾ ਹੈ। ਮਤਲਬ ਕਿ ਜਜ਼ਬਾਤ ਇੱਦਾਂ ਜੁੜੇ, ਆਪਾਂ ਸ਼ੀਰਾਂ ਜੁੜੇ ਹੋਏ ਇਹਨਾਂ ਚੀਜ਼ਾਂ ਦੇ ਨਾਲ, ਇਹਨਾਂ ਨੂੰ ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਇੱਕ ਮਸੀਹ ਹੋਣ ਦੇ ਨਾਤੇ ਭੈਣ ਭਰਾਵੋ, ਸਾਨੂੰ ਹਰ ਹਾਲਾਤ ਨੂੰ ਅਸੈਪਟ ਕਰਨਾ ਚਾਹੀਦਾ ਹੈ। ਆਮੀਨ। ਇਹੀ ਸਾਡੀ ਪ੍ਰਾਰਥਨਾ ਸੀਗੀ। ਔਰ ਇਹ ਜਾਣਦੇ ਹਾਂ ਕਿ ਬਾਈਬਲ ਦਾ ਵਚਨ ਲਿਖਤਾਂ ਸਾਡੀ ਤਸੱਲੀ ਹੈ। ਤੁਹਾਨੂੰ ਪਤਾ ਕਿ ਜਦੋਂ ਅਸੀਂ ਮੋਬਾਈਲ 'ਚ ਬਾਈਬਲ ਦੀਆਂ ਐਪਸ ਡਾਊਨਲੋਡ ਕੀਤੀਆਂ ਹੁੰਦੀਆਂ ਆ, ਇਹਦੇ 'ਤੇ ਡੇਲੀ ਦੀ ਇੱਕ ਆਇਤ ਹਾਈਲਾਈਟ ਹੁੰਦੀ ਹੈ, ਡੇਲੀ ਵਰਡ ਕਹਿੰਦੇ ਉਹਨੂੰ। ਇੱਕ ਆਇਤ ਸ਼ੋ ਹੁੰਦੀ ਹੈ ਜਿਨ੍ਹਾਂ ਨੇ ਮੋਬਾਈਲ 'ਚ ਬਾਈਬਲ ਦੀ ਐਪ ਪਾਈ ਹੈ। 1 ਸਤੰਬਰ ਸੀਗਾ, ਡੈਥ ਤੋਂ ਇੱਕ ਦਿਨ ਪਹਿਲਾਂ ਹੌਸਪੀਟਲ 'ਚ ਮੈਂ ਰਿਹਾ। ਮੈਂ ਤੁਹਾਨੂੰ ਇਹ ਵੀ ਦੱਸਦਾ ਭੈਣੋ ਭਰਾਵੋ, ਜਦੋਂ ਪਹਿਲੀ ਵਾਰੀ ਅਟੈਕ ਹੋਇਆ ਸੀ ਉਦੋਂ ਮੈਂ ਸੇਵਕਾਈ 'ਚ ਨਹੀਂ ਸੀਗਾ। ਉਦੋਂ ਸਾਡੇ ਹਾਲਾਤ ਇੰਨੇ ਉਹ ਸੀ ਕਿਉਂਕਿ ਆਪਾਂ ਕਦੇ ਆਪਣੀ ਫੈਮਿਲੀ 'ਚ ਐਡਾ ਵੱਡਾ ਝਟਕਾ ਨਹੀਂ ਦੇਖਿਆ ਹੈ। ਬਚਪਨ ਤੋਂ ਹੁਣ ਪ੍ਰਭੂ ਦੀ ਕਿਰਪਾ ਨਾਲ ਸਭ ਠੀਕ ਸੀਗਾ। ਕਦੇ ਵੀ ਇੱਦਾਂ ਦੇ ਹਾਲਾਤ ਨਹੀਂ ਆਏ ਕਿ ਹੌਸਪੀਟਲ ਮੰਮੀ ਜਾਂ ਡੈਡੀ ਜਾਂ ਕੋਈ ਇੱਦਾਂ ਐਡਮਿਟ ਰਵੇ। ਉਹ ਜਦੋਂ ਡਾਕਟਰ ਮਾੜਾ ਜਿਹਾ ਵੀ ਕਹਿ ਦਿੰਦਾ ਸੀਗਾ ਨਾ ਕਿ ਖਤਰਾ ਆ ਜਾਂ 72 ਘੰਟੇ ਜਾਂ ਤਾਂ ਅਸੀਂ ਬੈੱਡ 'ਤੇ ਡਿੱਗ ਜਾਂਦੇ। ਮਤਲਬ ਕਿ ਹਿੰਮਤ ਨਹੀਂ ਪੈਂਦੀ ਵੀ ਅੱਗੇ ਕੀ ਸੁਣੀਏ, ਕੀ ਸੋਚੀਏ। ਪਰ ਇਹਦੇ ਦੌਰਾਨ ਜਦੋਂ ਮੈਂ ਸੇਵਕਾਈ 'ਚ ਆਇਆ, ਮੈਂ ਕਿਹਾ ਕਿ ਪ੍ਰਭੂ ਨੇ ਮੇਰੇ ਦਿਲ ਨੂੰ ਬਹੁਤ ਦਲੇਰ ਕੀਤਾ, ਦਿਲ ਨੂੰ ਉਹਨੇ ਮਜ਼ਬੂਤ ਕੀਤਾ। ਕਿਉਂਕਿ ਸੇਵਕਾਈ ਦੇ ਦੌਰਾਨ ਬਹੁਤ ਤਜਰਬੇ ਲਏ, ਲੋਕਾਂ ਨੂੰ ਜਦੋਂ ਮਿਲੇ, ਦੁਖੀ ਲੋਕਾਂ ਨਾਲ, ਬਿਮਾਰਾਂ ਨਾਲ, ਬਹੁਤ ਕੁਛ ਸਿੱਖਿਆ। ਔਰ ਇਹ ਸਭ ਕੁਛ ਦੇਖ ਕੇ ਦਿਲ ਬੜਾ, ਬਹੁਤ ਵੱਡਾ ਤੇ ਨਹੀਂ ਪਰ ਪਹਿਲੇ ਨਾਲੋਂ ਠੀਕ ਹੋ ਗਿਆ ਸੀਗਾ। ਇਸੇ ਕਰਕੇ ਮੈਂ ਉੱਥੇ ਦਿਨ ਕੱਟ ਸਕਿਆ, ਰਹਿ ਸਕਿਆ। ਤੇ ਉਹ ਸਫ਼ਰ ਜਿਹੜਾ ਮੈਂ ਲੁਧਿਆਣੇ ਤੋਂ ਇੱਥੇ ਤੱਕ ਕੀਤਾ ਮੇਰੇ ਸਾਹਮਣੇ ਸੀਗੇ। ਔਰ ਮੈਨੂੰ ਲੱਗਦਾ ਜ਼ਿੰਦਗੀ ਭਰ ਸਾਨੂੰ ਇਹ ਸਫ਼ਰ ਨਹੀਂ ਭੁੱਲੇਗਾ। ਲਾਚਾਰ ਆਪਣੇ ਸਾਹਮਣੇ ਇੱਦਾਂ ਦੇਖਦੇ, ਕੁਛ ਨਹੀਂ ਕਰ ਸਕਦੇ, ਪਰ ਪ੍ਰਭੂ ਦਾ ਰਹਿਮ ਰਿਹਾ, ਇਹ ਘਮੰਡ ਨਹੀਂ। ਔਰ ਕਦੀ ਪ੍ਰਭੂ ਇੱਦਾਂ ਹੋਣ ਨਾ ਦੇਵੇ। ਉਹਨੇ ਸਾਨੂੰ ਦਲੇਰੀ ਦਿੱਤੀ ਕਿ ਅਸੀਂ ਪ੍ਰਭੂ ਨਾਲ ਸਾਡੀ ਕੋਈ ਨਾਰਾਜ਼ਗੀ ਨਹੀਂ ਰਹੀ। ਉੱਥੇ ਵੀ ਜ਼ਬੂਰ ਗਾਏ, ਪ੍ਰਾਰਥਨਾ ਕਰਦਾ ਸੀ, ਅਨਮੋਨਲੀ ਬਿਲੀਵ ਗਾਉਂਦਾ ਸੀਗਾ। ਆਮੀਨ। ਤਾਂ ਚਲੋ ਖੈਰ, ਪ੍ਰਭੂ ਨੇ ਰਹਿਮ ਰੱਖਿਆ। ਫਿਰ ਵੀ ਬਾਈਬਲ ਬਿਆਨ ਕਰਦੀ ਕੋਈ ਐਡਾ ਵੱਡਾ ਦੁੱਖ ਨਹੀਂ ਕਦੇ ਪਾਉਂਦਾ ਜਿਹੜਾ ਅਸੀਂ ਸਹਿਣ ਨਾ ਕਰ ਸਕੀਏ, ਉਹਨਾਂ ਕਿ ਦਿੰਦਾ ਜਿਹੜਾ ਅਸੀਂ ਬਰਦਾਸ਼ਤ ਕਰ ਸਕੀਏ। ਤਾਂ ਮੈਂ ਪਹਿਲਾਂ ਦੱਸਦਾ, 1 ਸਤੰਬਰ ਨੂੰ ਜਦੋਂ ਬਾਈਬਲ ਦੀ ਹਾਈਲਾਈਟ 2 ਐਪ ਆ ਮੇਰੇ ਕੋਲ, ਪੰਜਾਬੀ ਔਰ ਹਿੰਦੀ ਦੀ। ਉਹਦੇ ਵਿੱਚੋਂ ਇੱਕ ਲਿਖਤ ਜੋ ਸਵੇਰੇ ਸਵੇਰੇ ਸ਼ੋ ਹੋਈ, ਪਰੇਸ਼ਾਨ ਵੀ ਸੀਗੇ। ਮੈਂ ਚਾਹੁੰਦਾ ਕਿ ਅਸੀਂ ਪੜ੍ਹੀਏ ਕਿਉਂਕਿ ਬਾਈਬਲ ਦੀ ਲਿਖਤ ਹੈ। ਪ੍ਰਕਾਸ਼ਿਤ ਵਾਕਿਆ 2 ਅਧਿਆਇ ਔਰ 10 ਆਇਤ। ਉੱਥੇ ਹੌਸਪੀਟਲ 'ਚ ਇੱਕ ਡੈਥ ਤੋਂ ਇੱਕ ਦਿਨ ਪਹਿਲਾਂ ਜੋ ਹਾਈਲਾਈਟ ਹੋਈਆਂ ਬਾਈਬਲ ਦੀ ਆਇਤਾਂ, ਪ੍ਰਕਾਸ਼ਿਤ ਦੀ ਪੋਥੀ 2 ਅਧਿਆਇ 10 ਆਇਤ। ਮੈਂ ਇਹ ਵਿਸ਼ੇ ਆਪਣਾ ਸ਼ੁਰੂ ਕਰਨਾ ਆ। ਕਿਉਂਕਿ ਪਰਮੇਸ਼ਵਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚਿੰਨ੍ਹ ਦਿੰਦਾ ਆ, ਤਸੱਲੀ ਦਿੰਦਾ ਹੈ। ਇਹਦਾ 2 ਅਧਿਆਇ ਹੈ। ਮੈਂ ਪੜ੍ਹਨ ਲੱਗਾ ਇਹਦੀ 10 ਆਇਤ, ਪ੍ਰਕਾਸ਼ ਦੀ ਪੋਥੀ 2 ਦੀ 10। ਜਿਹੜੇ ਦੁੱਖ ਤੇ ਤੈਂ ਭੋਗਣੇ ਹਨ, ਤੂੰ ਉਹਨਾਂ ਤੋਂ ਨਾ ਡਰੀ। ਦੇਖ ਰਹੇ ਤੁਸੀਂ ਇਸ ਲਿਖਤ ਨੂੰ ਇਹੋ ਜਿਹੇ ਸਮੇਂ ਉੱਤੇ ਹੌਸਪੀਟਲ ਦੇ ਅੰਦਰ? ਵੇਖੋ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਵੀ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ 10 ਦਿਨਾਂ ਤੱਕ ਵਿਪਤਾ ਹੋਵੇਗੀ। ਤੂੰ ਮਰਨ ਤੱਕ ਵਫਾਦਾਰ ਰਹਿ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦੇਵਾਂਗਾ। ਇੱਕ ਇਹ ਲਿਖਤ ਸੀਗੀ ਆਈ। ਔਰ ਪੰਜਾਬੀ ਵਾਲੀ ਜਿਹੜੀ ਐਪ ਸੀਗੀ ਉਹਦੇ 'ਚ ਸੀਗਾ 1 ਤਿਮੋਥੀਅਸ 6 ਅਧਿਆਏ ਉਹਦੀ 6 ਤੇ 7 ਆਇਤ। 1 ਤਿਮੋਥੀਅਸ ਉਹਦਾ 6 ਅਧਿਆਏ। ਆਵਾਜ਼ ਠੀਕ ਸੁਣਦੀ ਹੈ? 6 ਅਧਿਆਏ ਉਹਦੀ 6 ਤੇ 7 ਆਇਤ। ਪਰ ਸੰਤੋਖ ਨਾਲ ਭਗਤੀ ਹੈ ਤਾਂ ਵੱਡੀ ਖੱਟੀ ਹੈ, ਮਤਲਬ ਕਮਾਈ ਹੈ। ਇਹਨੂੰ ਹਿੰਦੀ 'ਚ ਪੜਾਂਗੇ 6 ਆਇਤ ਨੂੰ।
ਸੰਤੋਖ ਨਾਲ ਭਗਤੀ ਵੱਡੀ ਕਮਾਈ ਹੈ, ਕਿਉਂ ਜੋ ਅਸਾਂ ਜਗਤ ਵਿੱਚ ਨਾਲ ਕੁਝ ਨਹੀਂ ਲਿਆਂਦਾ ਅਤੇ ਨਾ ਉਸ ਵਿੱਚੋਂ ਕੁਝ ਲੈ ਜਾ ਸਕਦੇ ਹਾਂ। ਇਹ ਲਿਖਤਾਂ ਉਦਣ ਸ਼ੋ ਹੋਈਆਂ ਸੀ ਇੱਕ ਦਿਨ ਪਹਿਲਾਂ, ਔਰ ਫਿਰ ਭਾਈ ਬ੍ਰਾਨਮ ਦਾ ਇੱਕ ਹਵਾਲਾ ਸਾਹਮਣੇ ਆਇਆ ਸੀਗਾ। ਇਹ ਹੈ ਦ ਮਾਈਟੀ ਕੌਂਕਰਰ, ਮਹਾਨ ਸ਼ਕਤੀਸ਼ਾਲੀ ਵਿਜੇਤਾ ਸੰਦੇਸ਼ ਦਾ। And a man under pressure is what he is when he is under pressure. ਇੱਕ ਬੰਦਾ ਜੋ ਅਸਲੀ ਕੀ ਹੈ ਉਦੋਂ ਆ ਜਦੋਂ ਉਹ ਦਬਾਅ ਦੇ ਥੱਲੇ ਆ, ਪ੍ਰੈਸ਼ਰ ਦੇ ਥੱਲੇ ਆ। ਇਹ ਪ੍ਰੈਸ਼ਰ ਬਿਮਾਰੀ ਦਾ ਵੀ ਹੋ ਸਕਦਾ ਹੈ, ਹਾਲਾਤਾਂ ਦਾ ਵੀ ਹੋ ਸਕਦਾ, ਮੌਤ ਦਾ ਵੀ ਹੋ ਸਕਦਾ ਹੈ। His real true characteristics will show when he is under pressure. ਉਹਦੇ ਅਸਲੀ ਜਿਹੜੇ ਗੁਣ ਆ ਉਦੋਂ ਪਤਾ ਲੱਗਦੇ ਆ ਜਦੋਂ ਉਹ ਪ੍ਰੈਸ਼ਰ ਦੇ ਥੱਲੇ ਆ। ਸੁਣ ਰਹੇ ਭੈਣੋ ਭਰਾਵੋ? Get him all riled, stirred up, then you will see the real man come out. ਉਹਨੂੰ ਗੁੱਸਾ ਚੜਾਓ ਜਾਂ ਉਹਨੂੰ ਖਿਜਾਓ ਜਾਂ ਉਹਤੇ ਹਾਲਾਤ ਆਣ ਦਿਓ, ਫਿਰ ਅਸਲੀ ਬੰਦਾ ਸਾਹਮਣੇ ਆਏਗਾ। ਕਿਉਂ ਕੀ ਹੈ? If he is got temper, it will show itself. अगर गुस्सा है तो अपने आप प्रकट हो जाएगा। If he is meek and gentle, it will show itself. अगर वो नम्र है, असली है, दीन है, तो ये भी प्रकट हो जाएगा। Put him under pressure once. एक बारी उन्हें दबाव ते पाओ, pressure थल्ले पाओ। And God puts all his children under tests to see whether there's any flaws in them. ਤਾਂ ਪਰਮੇਸ਼ਰ ਆਪਣੇ ਬੱਚਿਆਂ ਨੂੰ ਪਰਤਾਵਿਆਂ ਚ ਪਾਉਂਦਾ ਹੈ ਤਾਂ ਕਿ ਵੇਖੇ ਕਿ ਉਹਨਾਂ ਚ ਕੋਈ ਕਮੀ ਤੇ ਨਹੀਂ। ਹਾਲੇਲੂਇਆ। ਇਸ ਲਈ ਪ੍ਰੈਸ਼ਰ ਹੀ ਸਾਡੇ ਅਸਲੀ ਗੁਣਾਂ ਨੂੰ ਪ੍ਰਗਟ ਕਰਦਾ ਹੈ ਕਿ ਅਸੀਂ ਕੌਣ ਹੈ। ਕਿਉਂਕਿ ਕਈ ਵਾਰ ਪ੍ਰੈਸ਼ਰ ਦੇ ਵਿੱਚ ਲੋਕ ਕਹਿ ਦਿੰਦੇ ਉਹਨੇ ਸੁਣੀ ਨਹੀਂ, ਹਨਾ, ਉਹਨੇ ਹੱਲ ਨਹੀਂ ਕੀਤਾ, ਜਾਂ ਉਹਨੇ ਸਾਨੂੰ ਦੁੱਖ ਚ ਪਾਇਆ। ਪਰ ਏਦਾਂ ਕਦੇ ਨਾ ਕਰੋ। ਜਿੰਨਾ ਮਰਜ਼ੀ ਪ੍ਰੈਸ਼ਰ ਆ ਜਾਏ, ਪਰਮੇਸ਼ਵਰ ਦਾ ਉਹਦੇ ਚ ਕੋਈ ਦੋਸ਼ ਨਹੀਂ ਹੈ। ਉਹ ਆਪਣੀ ਯੋਜਨਾ ਚ ਪਰਫੈਕਟ ਹੈ। ਅਸੀਂ ਉਹਦੀ ਰਜ਼ਾ ਨੂੰ ਕਬੂਲ ਕਰਨਾ ਹੈ। ਹਾਲੇਲੂਇਆ। ਇਹਦੇ ਦੌਰਾਨ ਭਾਈ ਲੁਧਿਆਣੇ ਤੋਂ ਸੀਗੇ ਭਾਈ ਵਿਕਰਮ, ਭਾਈ ਦਾਸ ਦੇ ਛੋਟੇ ਜਵਾਈ ਹਨ। ਉਹ ਸਾਡੇ ਲਈ 2 ਵਾਰੀ ਖਾਣਾ ਲੈ ਕੇ ਆਏ। ਪ੍ਰਭੂ ਉਹਨਾਂ ਨੂੰ ਬਰਕਤ ਦੇਵੇ। ਤਾਂ ਜਦੋਂ ਲਾਸਟ ਵੈਂਟੀਲੇਟਰ ਤੇ ਪਾਉਣ ਦੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਅਸੀਂ ਬਾਹਰ ਸੀਗੇ, ਕੁਛ ਜੀ ਖੜੇ ਉੱਤੇ ਸਲਾਹ ਕਰ ਰਹੇ ਸੀ। ਉਸ ਭਾਈ ਨੇ ਪ੍ਰਾਰਥਨਾ 'ਚ ਇੱਕ ਗੱਲ ਬੋਲੀ ਜਿਸ ਨੇ ਮੈਨੂੰ ਦਲੇਰੀ ਦੇ ਦਿੱਤੀ। ਉਹਨੇ ਕਿਹਾ, ਪ੍ਰਭੂ ਅਸੀਂ ਆਪਣੇ ਭਾਈ ਲਈ ਪ੍ਰਾਰਥਨਾ ਕਰਦੇ ਹਾਂ, ਇਹ ਵੀ ਜਾਣਦੇ ਆ ਕਿ ਉਹਦੇ ਉੱਤੇ ਸਾਡੇ ਨਾਲੋਂ ਵੱਧ ਤੇਰਾ ਹੱਕ ਹੈ। ਤੁਹਾਨੂੰ ਯਾਦ ਆ ਉਹਨੇ ਪ੍ਰਾਰਥਨਾ 'ਚ ਇੰਨੀ ਗੱਲ ਕਹੀ ਸੀ, ਸਾਡੇ ਨਾਲੋਂ ਵੱਧ ਉਹਦੇ ਤੇ ਤੇਰਾ ਹੱਕ ਹੈ। ਔਰ ਇਹ ਸੱਚ ਹੈ। ਸਾਡਾ ਇੱਕ ਦੂਜੇ ਤੇ ਇੰਨਾ ਹੱਕ ਨਹੀਂ ਜਿੰਨਾ ਪਰਮੇਸ਼ਵਰ ਦਾ ਸਾਡੇ ਉੱਤੇ ਹੱਕ ਹੈ। ਸਾਡਾ ਬਾਪ ਹੈ, ਪਤੀ ਹੈ, ਰਿਸ਼ਤੇਦਾਰ ਹੈ, ਕੁਛ ਵੀ ਹੈ, ਪਰ ਉਹ ਪਰਮੇਸ਼ਵਰ ਦਾ ਬੀਜ ਵੀ ਹੈ। ਇਸ ਤੋਂ ਪਹਿਲੇ ਕਹੀਂ ਉਹਨੂੰ ਦੇਖੀ, ਉਹ ਸਭ ਜਾਣਦਾ ਸੀਗਾ। ਇਸ ਲਈ ਉਹਦਾ ਸਾਡੇ ਨਾਲ ਵੱਧ ਹੱਕ ਬਣਦਾ ਹੈ। ਇਹ ਚੀਜ਼ਾਂ ਸਾਨੂੰ ਦਲੇਰ ਕਰਨ ਲਈ, ਮਜ਼ਬੂਤ ਕਰਨ ਲਈ। ਆਮੀਨ। ਕਿ ਤੁਸੀਂ ਵੀ ਪ੍ਰਭੂ ਦੇ ਹਜ਼ੂਰ ਕਹਿ ਸਕਦੇ ਹੋ ਕਿ ਕੁਛ ਵੀ ਹੋਏ ਪ੍ਰਭੂ, ਤੇਰੇ ਨਾਲ ਕਦੇ ਕੋਈ ਨਾਰਾਜ਼ਗੀ ਨਹੀਂ, ਕਦੇ ਕੋਈ ਹੱਠ ਨਹੀਂ, ਤੇਰੀ ਮਰਜ਼ੀ ਉੱਤੇ ਅਸੀਂ ਆਮੀਨ ਕਹਿੰਦੇ ਹਾਂ। ਪ੍ਰੇਜ਼ ਦ ਲਾਰਡ।